रेंजरा में चक लिया। हाँ भाई सत श्री अकाल बाई सारिਆਂ ਨੂੰ। ਅੱਜ ਤਰੀਕ 10 ਅਗਸਤ ਆਪਾਂ ਖੜੇ ਆ ਥਾਣੇਦਾਰ ਦੇ ਕੋਲੇ, ਥਾਣੇਦਾਰ ਦੇ ਨੇੜੇ ਤੇੜੇ ਨਾਰਕੰਡਾ ਤੋਂ ਬਾਬਾ ਅੱਗੇ ਹਾਟੂ ਬਿਗ ਤੋਂ ਥੱਲੇ ਉਤਰ ਆਈ ਸੀ ਕੱਲ ਆਪਾਂ। ਇੱਥੋਂ 4 ਕਿਲੋਮੀਟਰ ਇੱਕ ਨਿੱਕਾ ਜਿਹਾ ਪਿੰਡ ਆ ਕੋਟਗੜ੍ਹ। ਕੋਟਗੜ੍ਹ ਉਹ ਪਿੰਡ ਆ ਜਿੱਥੋਂ ਹਿਮਾਚਲ ਦੇ ਵਿੱਚ ਸੇਬਾਂ ਦੀ ਸ਼ੁਰੂਆਤ ਹੋਈ ਸੀ। ਸੇਬ ਦਾ ਪਹਿਲਾ ਦਰਖਤ ਕੋਟਗੜ੍ਹ ਦੇ ਵਿੱਚ ਲੱਗਾ ਸੀਗਾ। ਆਪਾਂ ਉਧਰ ਨੂੰ ਵਧਾਂਗੇ, ਫਿਰ ਥਾਣੇਦਾਰ ਇੱਥੋਂ 3-4 ਕਿਲੋਮੀਟਰ ਹੀ ਆ। ਉਦੋਂ ਅੱਗੇ ਰਾਮਪੁਰ ਬਸ਼ਹਿਰ ਵੱਲ। ਹੁਣ ਆਪਾਂ ਉੱਚੀ ਥਾਂ ਤੇ ਖੜੇ ਹਾਂ, ਉਦੋਂ ਬਾਅਦ ਨੀਵੇਂ ਥਾਵਾਂ ਤੇ ਜਾਵਾਂਗੇ। ਜਦੋਂ ਨੀਵੇਂ ਥਾਂ ਤੇ ਜਾਵਾਂਗੇ ਰਾਮਪੁਰ ਵੱਲ, ਫਿਰ ਗਰਮੀ ਵਧਣੀ ਆ। ਅਗਲੇ ਦਿਨਾਂ ਦੇ ਵਿੱਚ ਦੁਬਾਰਾ ਚੜ੍ਹਾਈ ਚੜ੍ਹ ਕੇ ਆਪਾਂ ਉੱਚੀਆਂ ਥਾਵਾਂ ਤੇ ਜਾਵਾਂਗੇ। ਰਾਤ ਆਪਾਂ ਇਸ ਜਗ੍ਹਾ ਤੇ ਰਹੇ ਸੀ, ਦੂਜੇ ਪਾਸੋਂ ਦਿਖਾਉਣੇ ਆ। ਇਸ ਇਲਾਕੇ ਦੇ ਵਿੱਚ ਬਹੁਤੇ ਹੋਮ ਸਟੇ ਆ ਜਿਹੜੇ ਉਹ ਸੜਕ ਤੋਂ ਥੋੜੇ ਜਿਹੇ ਹਟਵੇਂ ਬਣੇ ਹੋਏ ਆ ਸੇਬਾਂ ਦੇ ਬਾਗਾਂ ਦੇ ਵਿੱਚ। ਇਹ ਸੇਬਾਂ ਦਾ ਬਾਗ ਆ। ਸੇਬ ਇਹ ਕੱਚੇ ਆ, ਇਹ ਕਹਿੰਦੇ ਵੀ ਮਹੀਨੇ ਤੱਕ ਤਿਆਰ ਹੋਣਗੇ। ਇਹ ਸੇਬ ਰਾਇਲ ਆ ਵੈਰਾਈਟੀ ਜਿਹੜੀ ਆਹ ਬਾਈ ਹੋਣੀ ਸੀਗੇ ਜਿਹੜੇ ਇੱਥੇ ਸਾਂਭ ਸੰਭਾਲ ਕਰਦੇ ਇਹਨਾਂ ਥਾਵਾਂ ਦੀ, ਹੋਮ ਸਟੇ ਦੀ। ਆਹ ਹੋਮ ਸਟੇ ਬਣਿਆ ਹੋਇਆ, ਸੋਹਣਾ ਮਾਹੌਲ ਹੈ ਇੱਥੋਂ ਦਾ। ਤੇ ਇਹ ਸੇਬ ਆ ਜਿਹੜਾ, ਜਿਵੇਂ ਆਹ ਬੂਟਾ ਬਾਈ ਕਹਿੰਦਾ ਵੀ ਇਹਦੀ 30-40 ਸਾਲ ਉਮਰ ਆ ਬੂਟੇ ਦੀ। ਤੇ ਇੱਧਰ ਬਲਦੇਵ ਸਿੰਘ ਵੱਡੇ ਪੱਧਰ ਤੇ ਫੋਟੋਗ੍ਰਾਫੀਆਂ ਕਰੀ ਜਾਂਦਾ। ਦੂਰ ਦੂਰ ਤੱਕ ਸੇਬਾਂ ਦੇ ਬਾਗ ਹੈ ਇੱਧਰ। ਤੇ ਆਹ ਜਿਹੜੀ ਜਾਲੀ ਤੁਹਾਨੂੰ ਦੱਸਿਆ ਵੀ ਕਾਹਤੋਂ ਉੱਤੇ ਚੜ੍ਹਾਈ ਹੁੰਦੀ, ਸਾਰੇ ਬੂਟਿਆਂ ਦੇ ਉੱਤੇ ਚੜ੍ਹਾਈ ਹੁੰਦੀ ਪੱਕੇ ਤੌਰ ਤੇ। ਥੱਲੇ ਲੱਕੜ ਦਾ ਦਿਬਾ ਤਾਂ ਖੜਕਦਾ ਸੀਗਾ ਬਾਈ। ਇਹ ਤੁਰਦੇ ਸੀ ਧਮਕ ਪੈਂਦੀ ਸੀ ਇਹਦੀ। ਚੱਲੀਏ ਫਿਰ ਆਪਾਂ ਕੋਟਗੜ੍ਹ। ਸਾਨੂੰ ਤੜਕੇ ਬਾਈ ਵਰਗੇ ਕਹਿੰਦੇ ਕੀ ਖਾਣਾ ਤੁਸੀਂ? ਅਸੀਂ ਆਖਿਆ ਵੀਰੇ ਵੀ ਕਹਿੰਦੇ ਪਰੌਂਠੇ ਪਰੌਂਠੇ। ਆਖਿਆ ਨਾ ਯਾਰ ਕੁਛ ਨਹੀਂ ਖਾਣਾ ਅਸੀਂ, ਸਾਡੇ ਖਾਣ ਲਈ ਆਹ ਸਮਾਨ ਪਿਆ। ਇਹ ਕਹਿੰਦੇ ਤਾਂ ਕੱਚੇ ਨੇ, ਇਹਨਾਂ ਨੂੰ ਵੀ ਕੱਚੇ ਆ, ਪਰ ਖਾਧੇ ਸੀ। ਇਹ ਵਧੀਆ ਮਠਾਸ ਆ। ਜਾਣ ਕੇ ਕਹਿੰਦੇ ਆ। ਅੱਛਾ ਬੈਬਤੀ ਆ, ਥੱਲੇ ਕਿਰੇ ਹੋਏ ਨੇ। ਆ ਜਿਵੇਂ ਇਹ ਆਪੇ ਡਿੱਗਿਆ ਹੋਇਆ। ਦੇ ਵਿਆਹ ਖਾਣ ਦੇ ਬਾਤਾਂ ਬਾਈ ਓਏ, ਸਾਰੀ ਬਾਤਾਂ ਖਾਣ ਦੇ। ਇਹ ਨਾ ਇਹ ਖਾਸੀ ਮਹਿੰਗੀ ਵੈਰਾਈਟੀ ਆ। ਇੱਥੋਂ ਕਹਿੰਦਾ ਵੀ 80-90 ਰੁਪਏ ਕਿਲੋ ਜਾਂਦਾ ਇਹ ਹੋਲਸੇਲ ਦੇ ਵਿੱਚ। ਆਪਣੇ ਜਾ ਕੇ 250-300 ਤੇ ਸਟਿੱਕਰ ਨਹੀਂ ਲੱਗਿਆ ਹੁੰਦਾ ਬੈਸਟ ਕੁਆਲਿਟੀ, ਇਹ ਉਹੀ ਆ। ਆਹ ਸੇਬ ਆ ਜਿਹੜਾ ਉੱਥੋਂ ਥੱਲੇ ਚੱਕਿਆ। ਇਹ ਬਾਈ ਹੁਣੀ ਕਹਿੰਦੇ ਵੀ ਅਸੀਂ ਥੱਲੇ ਜਿਹੜੇ ਡਿੱਗੇ ਹੁੰਦੇ ਉਹ ਚੱਕ ਕੇ ਖਾਂਦੇ ਆ। ਇਹ ਕਿਰੇ ਹੁੰਦੇ ਆ, ਮਿਠਾਸ ਵੱਧ ਹੁੰਦੀ ਆ। ਇਹ ਵੀਰ ਹੁਣੀ ਇੱਥੇ ਇਹ ਥਾਂ ਨੂੰ ਸਾਂਭਦੇ ਨੇ। अच्छा भाई साहब ये बताओ, ये जो सेब के पेड़ हैं इसकी उम्र कितनी है? 60-70 साल के हो गए। 60-70 साल। कुछ नए हैं वो अभी 20-25 साल के। इसका बूटा नर्सरी से लेके आते हो? नर्सरी से। सीधा बीज नहीं लगता इसे आप खेत में, नहीं बस नर्सरी से पनीरी वो लता सीडलिंग दूसरा होता है ना, पहले गोल्डन पे लगता है सीड्स लगाते हैं जो, उसके बाद क्राफ्ट करते हैं उसके ऊपर। क्राफ्टिंग होती है, प्याउंद। पहले 1-2 साल रूट तैयार करते हैं जैसे ना। हाँ। रूट ही समझो एक हिसाब से उसको। हाँ जड़। बीज से। हाँ हाँ। तो बस उसके ऊपर फिर क्राफ्टिंग करते हैं। ठीक है वीरे, ठीक है। अच्छा तो इसका सीजन अब पीक पे है, तो एक साल में कितनी फसल दे देता है? एक बूटे से कितना फल निकलता है, उतरता है? वो फसल के हिसाब से है ना, कई बार 10 पेटियां भी निकल जाती हैं। 10 पेटियां? एक पेटी में कितना सेब? 20 से 25 किलो के आसपास। 20 किलो मान के चलो, 10 पेटियां 2 क्विंटल है फिर एक बूटे से निकल होता है। दे ब्याह 2 क्विंटल सेब झाड़ दिंदा एक बूटा। इथों हाँ 100 रुपये जाता। यहाँ से 2000-2500, जब मार्केट अच्छा होता है तो 3-3 हज़ार भी जाता है। 3000 की पेटी जाता है। ठीक है। इधर वो लेक है तनु चब्बर है, वहाँ पर कुछ खास देखने को? लेक साइड है वहाँ पे ऐसा, और चारों ओर फॉरेस्ट। कोई खास नहीं हैगी है ना? लेक है बस। ਸਾਡੀ ਸੀਗੀ ਪਹਿਲਾਂ ਰਹਿ ਜਾਣ ਦੀ ਉੱਥੇ। ਗੂਗਲ ਤੇ ਫੋਟੋਆਂ ਦੇਖੀਆਂ, ਸਾਨੂੰ ਚੰਗੀ ਲੱਗੀ ਜੀ ਨਹੀਂ ਫਿਰ ਐਡੀ, ਫਿਰ ਰਹਿੰਤੀ। ਦੇਖ ਸੋਹਣਾ ਖੜਕਾ ਇਹਨਾਂ ਦਾ। ਹਾਂਜੀ ਹਾਂ ਹਾਂ ਲੈ ਆਏ ਸਾਈਕਲ ਵੀਰੇ। ਤਾਂ ਆ ਜਾ ਜਵਾਨਾ ਚੈੱਕ। ਸਾਰੇ ਹੋਮ ਸਟੇ ਦੱਸਿਆ ਸੀ ਪਿੱਛੇ ਹਟਵੇਂ ਆ। ਆ ਪੌੜੀਆਂ ਉਤਰ ਕੇ ਆ ਜਾਂਦਾ ਹੋਮ ਸਟੇ ਨੂੰ। ਹੁਣ ਆਪਾਂ ਇੱਥੋਂ ਸਾਈਕਲ ਚੁੱਕ ਚੱਕ ਲਏ, ਸਮਾਨ ਚੱਕ ਲਏ, ਹੁਣ ਚੱਲਦੇ ਆਂ ਅਗਲੇ ਪਿੰਡ ਤੇ। ਜਿਹੜੀ ਸੜਕ ਤੇ ਆਪਾਂ ਹੁਣ ਸਫ਼ਰ ਕਰੀ ਜਾਂਦੇ ਆ ਪਿੰਡਾਂ ਵਾਲੀ ਲਿੰਕ ਰੋਡ ਆ। ਤੇ ਸ਼ਿਮਲਾ ਇੱਥੋਂ 80 ਕਿਲੋਮੀਟਰ ਦੂਰ ਆ, ਪਰ ਇਹ ਜ਼ਿਲ੍ਹਾ ਸ਼ਿਮਲਾ ਹੀ ਆ। ਜ਼ਿਲ੍ਹਾ ਸ਼ਿਮਲਾ ਦੀ ਹੱਦ ਉੱਤਰਾਖੰਡ ਨਾਲ ਵੀ ਜਾ ਕੇ ਲੱਗ ਜਾਂਦੀ ਆ।
ਤੇ ਅੱਗੇ ਸਰਾਣ ਤੱਕ ਰਾਮਪੁਰ ਬਸ਼ਹਿਰ ਸਾਰਾ ਕੁਝ ਆ ਜਿਹੜਾ ਉਹ ਸ਼ਿਮਲੇ ਦੇ ਵਿੱਚ ਆਉਣਾ। ਸ਼ਿਮਲੇ ਤੋਂ ਬਾਅਦ ਆਪਾਂ ਘਨੌਰ ਜ਼ਿਲ੍ਹੇ ਦੇ ਵਿੱਚ ਦਾਖਲ ਹੋਵਾਂਗੇ ਤੇ ਅੱਜ ਦਾ ਸਫ਼ਰ ਉਚਾਈ ਤੋਂ ਆਪਾਂ ਨਿਵਾਣ ਵੱਲ ਜਾਣਾ, ਗਰਮੀ ਵੱਲ ਜਾਵਾਂਗੇ। ਹਾਟੂ ਪੀਕ ਕੱਲ ਚੜੇ ਆਪਾਂ ਅਸੀਂ 3400 ਮੀਟਰ, ਹੁਣ ਜਿੰਨੀ ਉਚਾਈ ਤੇ ਖੜੇ ਆਪਾਂ 2328 ਮੀਟਰ ਤੇ ਅੱਗੇ ਜਾ ਕੇ ਬਹੁਤ ਨਿਵਾਣ 'ਚ ਜਾਣਾ ਆਪਾਂ। ਤੇ ਹੁਣ ਟੈਂਪਰੇਚਰ 19 ਆ ਤੇ ਆਥਨੇ ਉਥਨੇ ਪੂਰੀਆਂ ਐਨ ਚੰਗਿਆੜੇ ਨਿਕਲਣਗੇ। ਆਹ ਬੋਰਡ ਲੱਗਾ ਹੋਇਆ ਵੈਲਕਮ ਟੂ ਕੋਟਗੜ੍ਹ। ਇਹ ਇੱਕ ਤਰ੍ਹਾਂ ਨਾਲ ਇਤਿਹਾਸਕ ਪਿੰਡ ਆ। ਕੀ ਗੱਲਬਾਤ ਆਪਾਂ ਕਰਦੇ ਆ ਇਹ ਇੱਥੇ ਲਿਖਿਆ ਓਲਡੈਸਟ ਮਸ਼ੀਨਰੀ ਸਕੂਲ 1843 ਹੈਰੀਟੇਜ ਚਰਚ ਆ ਇੱਥੇ। ਬਾਕੀ ਹੋਰ ਆ ਓਲਡੈਸਟ ਐਪਲ ਵੈਲੀ 1905 ਲਿਖਿਆ ਹੋਇਆ, ਸ਼ਹੀਦ ਸਮਾਰਕ ਫਾਰਮਰ 1990 19 ਨਹੀਂ 1906 ਚ ਬਣਿਆ ਮੈਨੂੰ ਹਾਂ 1906 ਚ ਹੀ ਲਾਇਆ ਸੀ ਮੈਨੂੰ 1916 ਚ ਉਹਨਾਂ ਚ ਹਾਂ। ਜਦੋਂ ਅੰਗਰੇਜ਼ਾਂ ਦਾ ਰਾਜ ਹੁੰਦਾ ਸੀ ਤਾਂ ਇੱਥੇ ਅੰਗਰੇਜ਼ ਇੱਕ ਸੀਗਾ ਸੈਮੂਅਲ ਨਾਂ ਦਾ ਸੀ ਸ਼ਾਇਦ ਉਹਦਾ, ਉਹਨੇ ਦੇਖਿਆ ਵੀ ਇਸ ਇਲਾਕੇ ਦੇ ਵਿੱਚ ਗਰੀਬੀ ਵਾਹਵਾ ਤੇ ਕੁਝ ਲੋਕਾਂ ਨੂੰ ਉਹਨੇ ਅਡਾਪਟ ਕੀਤਾ, ਉਹਨਾਂ ਦੀ ਸੇਵਾ ਸੰਭਾਲ ਦਾ ਕੰਮ ਸਾਂਭਿਆ ਉਹਨੇ। ਆਹ ਪਿੰਡ ਵੀ ਉਹਨਾਂ ਵਿੱਚ ਇੱਕ ਸੀ। 1916 ਦੇ ਵਿੱਚ ਉਹਨੇ ਇੱਥੇ ਸੇਬ ਦਾ ਪਹਿਲਾ ਬੂਟਾ ਲਾਇਆ ਤੇ ਲੋਕਾਂ ਨੂੰ ਦੱਸਿਆ ਵੀ ਇਹਦੀ ਖੇਤੀ ਕੀਤੀ ਜਾ ਸਕਦੀ ਆ। ਇਲਾਕਾ ਜਿਹੜਾ ਉਹ ਠੰਡਾ ਸੀਗਾ ਤੇ ਸੇਬ ਨੂੰ ਧਰਤੀ ਨੇ ਮੰਨਿਆ ਜਦੋਂ ਤੇ ਚੰਗੀ ਪੈਦਾਵਾਰ ਹੋਣੀ ਸ਼ੁਰੂ ਹੋ ਗਈ। ਤਾਂ ਕਰਕੇ ਕਿਹਾ ਜਾਂਦਾ ਵੀ ਜਿਹੜਾ ਪਹਿਲਾ ਸੇਬ ਦਾ ਬੂਟਾ ਸੀ ਉਹ ਇੱਥੇ ਲੱਗਾ ਸੀਗਾ ਕੋਟਗੜ੍ਹ ਦੇ ਵਿੱਚ। ਇਹ ਤੋਂ ਬਾਅਦ ਸਾਰੇ ਹਿਮਾਚਲ ਦੇ ਵਿੱਚ ਸੇਬ ਦੀ ਖੇਤੀ ਹੋਣੀ ਸ਼ੁਰੂ ਹੋਈ ਆ। ਤੇ ਹੋਰ ਇੱਥੇ ਇੱਕ ਚਰਚ ਬਣੀ ਹੋਈ ਹੈ ਇਤਿਹਾਸਕ ਇਸ ਪਿੰਡ ਦੇ ਵਿੱਚ। ਤੇ ਬਾਕੀ ਜਿਵੇਂ ਇੱਕ ਮਸ਼ੀਨਰੀ ਸਕੂਲ ਬਣਿਆ ਹੋਇਆ, ਅੰਗਰੇਜ਼ਾਂ ਨੇ ਹੋਰ ਜਿਹੜੀਆਂ ਸੰਸਥਾਵਾਂ ਇਸ ਪਿੰਡ ਦੇ ਵਿੱਚ ਬਣਾਈਆਂ ਸੀਗੀਆਂ। ਤੇ ਆਪਾਂ ਉਧਰ ਨੂੰ ਚੱਲਦੇ ਹਾਂ ਥਾਣੇਦਾਰ ਵੱਲ। ਇਹ ਪਿੰਡ ਨੀਵੀਂ ਥਾਂ ਤੇ ਆ। ਅਸੀਂ ਪੁੱਛਿਆ ਸੀ ਵੀ ਕੋਈ ਖਾਸ ਦੇਖਣ ਜੋ ਗੱਲਬਾਤ, ਕਹਿੰਦੇ ਬਈ ਸੇਬਾਂ ਦੇ ਬੂਟੇ ਆਮ ਸੇਬਾਂ ਵਰਗੇ ਹੀ ਆ ਤੇ ਬਸ ਇੱਕ ਐਂ ਹੁੰਦਾ ਵੀ ਇੱਥੇ ਸ਼ੁਰੂਆਤ ਹੋਈ ਸੀ। ਤੜਕੇ ਬਾਗ ਚੋਂ ਤੋੜ ਕੇ 2-2 3-3 ਸਿਓ ਖਾਦੇ ਆ, ਪਰ ਸੇਬ ਨਾਲ ਭੁੱਖ ਨਹੀਂ ਮਰਦੀ ਵੀ ਜਿਹੜਾ ਫਲ ਆ ਛੇਤੀ ਹਜਮ ਹੋ ਜਾਂਦਾ। ਥਾਣੇਦਾਰ ਪਹੁੰਚਣ ਵਾਲੇ ਆ, ਮੂੰਹ ਚੋਂ ਥਾਣੇਦਾਰ ਨਿਕਲਦਾ। ਥਾਣੇਦਾਰ 2 ਕਿਲੋਮੀਟਰ, ਉੱਥੇ ਜਾ ਕੇ ਕੋਈ ਖਾਣ ਪੀਣ ਦਾ ਆਰ ਕਰਦੇ ਆ। ਤੇ ਇਧਰਲੇ ਪਾਸੇ ਬਹੁਤ ਸ਼ਾਨਦਾਰ ਝਾਕ ਆ। ਆਪਾਂ ਥਾਣੇਦਾਰ ਪਹੁੰਚ ਗਏ। ਇਹ ਆ ਥਾਣੇਦਾਰ। ਬੰਦ ਆ ਦੇਵੇ ਪਏ ਤਾਂ ਬਾਰ ਮੂਰੇ ਤਾਂ ਕੁਰਸੀਆਂ ਰੱਖੀ ਬੈਠੇ ਆ ਇਹ। ਆ ਇਹਨਾਂ ਦੇ ਪਿੰਡਾਂ ਦੀਆਂ ਨਿਆਈਆਂ ਦੇ ਵਿੱਚ ਵੀ ਸੇਬ ਆ, ਜਾਲ ਹੀ ਜਾਲ ਆ ਸਾਰੇ ਪਾਸੇ। ਮੋਬਾਈਲਾਂ ਦੇ ਟਾਵਰ, ਥਾਣੇਦਾਰ। ਹੁਣ ਇੱਥੇ ਟਿਕਾਣਾ ਲੱਭਦੇ ਆ ਖਾਣ ਪੀਣ ਦਾ। ਇਸ ਇਲਾਕੇ ਦੇ ਵਿੱਚ ਜਿੰਨੇ ਵੀ ਹੋਮ ਸਟੇ ਜਾਂ ਟਿਕਾਣੇ ਲੱਭਦੇ ਆ ਬਹੁਤੇ ਬੰਦ ਮਿਲਦੇ ਆ, ਪਤਾ ਨਹੀਂ ਕੀ ਚੱਕਰ ਆ। ਜਾਂ ਜਦੋਂ ਟੂਰਿਸਟ ਆਉਂਦਾ ਇੱਥੇ ਜੂਨ ਜਾਣ 'ਚ ਉਦੋਂ ਖੋਲ੍ਹਦੇ ਆ ਇਹ। ਇਹੋ ਜਿਹੀ ਗੱਲਬਾਤ ਆ। ਹੁਣ ਥੋੜ੍ਹੀ ਜਿਹੀ ਉਤਰਾਈ ਫੇਰ ਮਿਲੀ ਆ। ਇਹ ਥਾਣੇਦਾਰ ਦਾ ਮੁੱਖ ਅੱਡਾ, ਜਿੱਥੇ ਟੈਕਸੀਆਂ ਖੜ੍ਹਦੀਆਂ, ਬੱਸਾਂ ਆਉਂਦੀਆਂ। ਬਜ਼ੁਰਗ ਬੈਠੇ ਇੱਥੋਂ ਦੇ ਹਿਮਾਚਲ ਦੇ। ਇੱਧਰ ਗੱਡੀਆਂ ਖੜੀਆਂ ਹੋਈਆਂ ਨੇ। ਇਹ ਪਿੰਡ ਆ, ਜ਼ਿਲ੍ਹਾ ਇਹਦਾ ਸ਼ਿਮਲਾ ਹੀ ਆ। ਤੇ ਮੈਨੂੰ ਇੰਝ ਕਿ ਤਹਿਸੀਲ ਹੋਣੀ ਆ, ਪਰ ਨਹੀਂ ਬਾਈ ਵਰਗੇ ਕਹਿੰਦੇ ਪਿੰਡ ਆ। ਨਿੱਕੇ ਨਿੱਕੇ ਪਿੰਡ ਇੱਧਰ ਦੇ। ਥਾਣੇਦਾਰ ਪੰਜਾਬ ਨੈਸ਼ਨਲ ਬੈਂਕ, HDFC ਬੈਂਕ, ਇਹੋ ਜਿਹੇ ਅਦਾਰੇ ਇੱਥੇ ਕਈ ਬਣੇ ਹੋਏ ਆ। ਇੱਕ ਨਿੱਕੀ ਜਿਹੀ ਬੇਨਤੀ ਆ ਵੀ ਵੀਡੀਓ ਨੂੰ ਦੇਖਣ ਵਾਲੇ ਵੀਰ ਭਰਾ ਵੀਡੀਓ ਨੂੰ ਮਾੜਾ ਮੋਟਾ ਲਾਈਕ ਤੇ ਸ਼ੇਅਰ ਤਾਂ ਚੱਲ ਮਰਜ਼ੀ ਹੁੰਦੀ ਆ, ਚੈਨਲ ਨੂੰ ਸਬਸਕ੍ਰਾਈਬ ਜਿਹੜਾ ਕੁਝ ਵੀ ਹੁੰਦਾ ਉਹ ਕਰਦੇ ਰਿਹਾ ਕਰੋ। ਇਹਦੇ ਨਾਲ ਕਹਿੰਦੇ ਵੀ ਮਾੜੀ ਮੁੱਠੀ ਪਹੁੰਚ ਵੱਧ ਜਾਂਦੀ ਹੈ ਚੀਜ਼ ਦੀ। ਅੱਛਾ ਗੱਲਬਾਤ ਵੇ ਇਹ ਆ ਵੀ ਥਾਣੇਦਾਰ ਤੋਂ ਆਪਾਂ ਬਾਹਰ ਨਿਕਲ ਆਏ, ਸਾਹਮਣੇ ਉਹ ਦਰਿਆ ਵਗੀ ਜਾਂਦਾ ਤੇ NH5 ਦੇ ਨੇੜੇ ਆ ਦਰਿਆ ਇਹ। ਆਪਾਂ ਮੁੜ ਘੁੜ ਕੇ ਸ਼ਾਇਦ ਉੱਧਰ ਹੀ ਜਾਣਾ ਵੈਸੇ NH5 ਤੇ। ਇਹਦੇ ਬਾਰੇ ਜੱਕੋ ਤੱਕੀ ਜੀ ਵੀ ਸਤਲੁਜ ਹੀ ਆ ਜਾਂ ਸਤਲੁਜ ਆਪਾਂ ਨੂੰ ਅੱਗੇ ਜਾ ਕੇ ਮਿਲੂਗਾ। ਪਰ ਦੇਵ ਜਿਹੜੇ ਹਿਸਾਬ ਨਾਲ ਕੋਈ ਹੋਰ ਇੱਥੇ ਨਦੀ ਨਾਲਾ ਹੈ ਨਹੀਂ, ਬਹੁਤ ਵੱਡਾ ਸਤਲੁਜ ਹੀ ਹੋ ਸਕਦਾ ਹੈ। ਹਾਂ, ਅਗਲਾ ਸਫ਼ਰ ਆਪਣਾ ਸਾਰਾ ਸਤਲੁਜ ਦੇ ਨਾਲ ਹੋਣਾ ਤੇ ਇਹ ਸਤਲੁਜ ਹੋ ਸਕਦਾ ਇਹ। ਬਾਕੀ ਅੱਗੇ ਜਾ ਕੇ ਤਾਂ ਪੱਕਾ ਹੀ ਹੋ ਜਾਊਗਾ ਜਦੋਂ ਆਪਾਂ ਦਰਿਆ ਦੇ ਨਾਲ ਸਫ਼ਰ ਕਰਿਆ। ਸੋਹਣਾ ਝਾਕਾ ਬਣਦਾ ਇੱਥੋਂ ਵੀ। ਖਾਣ ਪੀਣ ਨੂੰ ਕੁਝ ਨਹੀਂ ਮਿਲਦਾ। ਛੋਲੇ ਹੈਗੇ ਆ, ਲੈ ਛੋਲੇ ਦੇ ਬਾਈ, ਕਰ ਛੋਲੇ ਖਾ ਕੇ ਮਾੜਾ ਜਿਹਾ ਹੋ ਗਿਆ ਸੈੱਟ। ਅੱਗੇ ਜਾ ਕੇ ਦਿਖਾਊਗਾ। ਸਫ਼ਰ ਦੇ ਵਿੱਚ ਇੰਨਾ ਕੁ ਸਮਾਨਾਂ ਨਾਲ ਹੋਣਾ ਚਾਹੀਦਾ। ਚਾਕਲੇਟ, ਛੋਲੇ, ਬਈ ਜਦੋਂ ਕੋਈ ਹੋਰ ਟਿਕਾਣਾ ਨਾ ਮਿਲੇ ਖਾਣ ਪੀਣ ਨੂੰ ਥਾਂ ਨਾ ਚੀਜ਼ ਹੋਵੇ। ਭੁੱਖ ਲੱਗੀ ਆ। ਹਾਂ, ਇੱਕ ਚਾਰ ਦੀ ਮਹਿਕ ਬਾਹਲੀ ਸੋਹਣੀ ਆਉਂਦੀ ਹੈ ਲਿਫਾਫੇ 'ਚ ਆਪਣੇ ਕੋਲ। ਸਾਡੇ ਕੋਲ 4 ਪਿਆ ਤੇ 4 ਦੀ ਮਹਿਕ ਆਈ ਆ ਨਾ, ਜਿਵੇਂ ਸਕੂਲ ਵੇਲੇ ਅੱਧੀ ਛੁੱਟੀ ਵੇਲੇ ਪਰੌਂਠਿਆਂ ਨਾਲ ਅੰਬ ਦੀ 4 ਦੀ ਮਹਿਕ ਭੜਕੀ ਲਾ ਆਉਂਦੀ ਆ ਨਾ ਬੰਦੇ ਨੂੰ, ਉਹ ਗੱਲ ਹੋ ਗਈ। ਇਹ ਲਾਜ਼ਮੀ ਆ ਸਮਾਨਾਂ ਨਾਲ। इस जगह का क्या नाम है भाई जहाँ पर बैठे हुए हैं? थानेदार का बार आया है ना जी, थानेदार ਦੇ ਬਾਹਰ ਆ। ਇੱਥੋਂ ਬਾਈ ਤੋਂ ਲੈ ਕੇ ਕੁਝ ਖਾਦਾ, ਮੂੰਗੀ ਦਾਲ। ਤੇ ਇੱਥੋਂ
ਰੋਡ ਦੇ 20 ਕਿਲੋਮੀਟਰ ਆ ਬਾਈ, ਨੈਸ਼ਨਲ ਹਾਈਵੇ 5 ਵਧੀਆ ਆਪਾਂ ਉਧਰ ਨੂੰ ਸੈਟਾ ਸਿੱਤਾ ਠੀਕ ਹੈ, ਪਰ ਆਪਾਂ ਰੈਸਟ ਕਰਾਂਗੇ ਯਾਰ। ਠੀਕ ਆ ਬਾਈ, ਇਹਦਾ ਚਲਾਉਣੇ ਏਡੀ ਨਹੀਂ ਗੱਲ ਕੋਈ। ਚੱਲ ਆ ਜਾ। ਆ ਬਾਈ ਹੁਣਾਂ ਦਾ ਚਿਹਰਾ ਧਰੋ ਬਰਾਠੀ ਨਾਲ ਮਿਲਦਾ। ਓਕੇ ਧਰੋ ਬਰਾਠੀ, ਬਾਏ। ਇਹ ਹਿਮਾਚਲ ਦੇ ਬਿਲਕੁਲ ਪਿੰਡੂ ਇਲਾਕੇ ਨੇ, ਤਾਂ ਤੋਂ ਪੱਥਰ ਪੁੱਥਰ ਡਿੱਗੀ ਜਾਂਦੇ ਆ, ਰਾਹ ਜਿਹੜੇ ਬੰਦ ਹੁੰਦੇ ਆ ਮਾੜੇ ਮੋਟੇ ਖੋਲੀ ਜਾਂਦੇ ਆ। ਇਹਨਾਂ ਇਲਾਕਿਆਂ 'ਚ ਕੋਈ ਬਹੁਤੀ ਟ੍ਰੈਫਿਕ ਨਹੀਂ, ਕੋਈ ਵਿਰਲੀ ਟਾਵੀਂ ਇੱਕ ਅੱਧੀ ਗੱਡੀ ਦਿਸਦੀ ਆ, ਬਹੁਤੀ ਸ਼ਾਂਤ ਆ। ਜਿਵੇਂ ਆਪਣੇ ਪੰਜਾਬ 'ਚ ਜੇਠ ਦੇ ਦੁਪਹਿਰਾਂ 'ਚ ਪਿੰਡ ਦੀਆਂ ਗਲੀਆਂ ਸੁੰਨਸਾਨ ਹੋਈ ਹੁੰਦੀ ਆ, ਉਹੋ ਜਿਹਾ ਮਾਹੌਲ ਆ। ਨੈਸ਼ਨਲ ਹਾਈਵੇ ਤੇ ਜਾ ਕੇ ਦੁਬਾਰੇ ਰੌਣਕਾਂ ਲੱਗਣੀਆਂ, ਭੀੜ ਮਿਲੂਗੀ ਉੱਥੇ। ਰਾਮਪੁਰ ਸ਼ਹਿਰ ਵੱਲ ਨੂੰ ਜਾਵਾਂਗੇ। ਇੱਥੇ ਇਹੋ ਜਿਹੀਆਂ ਸੜਕਾਂ ਨੇ ਜਿਹੜੀਆਂ ਬਣੀ ਜਾਂਦੀਆਂ, ਡਿਵੈਲਪਿੰਗ ਕੰਟਰੀ ਇੰਡੀਆ। ਤੇ ਜਿਹੜਾ MTB ਸਾਈਕਲ ਹੁੰਦਾ ਇਹਨਾਂ ਰਾਹਾਂ ਲਈ ਸਹੀ ਹੁੰਦਾ ਇਹ, ਕਿਉਂਕਿ ਜੇ ਰੋਡ ਬਾਈਕ ਹੋਵੇ ਜਾਂ ਹੋਰ ਤਾਂ ਉਹ ਸਲੋਟ ਨਹੀਂ ਆਉਂਦਾ। ਆਹ ਹੁੰਦੇ ਆ ਸ਼ੌਕਰ ਇਹਨਾਂ ਦੇ, ਠੀਕ ਆ। ਜਦੋਂ ਇਹੋ ਜਿਹੇ ਰਾਹਾਂ ਤੇ ਸਫ਼ਰ ਕਰਨਾ ਹੋਵੇ ਉਦੋਂ ਇਹਨੂੰ ਸ਼ੌਕਰ ਨੂੰ ਆਹ ਸ਼ੌਕਰ ਦਾ, ਜੇ ਸਿੱਧੀ ਸੜਕ ਆ ਫਿਰ ਤਾਂ ਇਹਨੂੰ ਲੌਕ ਕਰ ਲੇ, ਕੋਈ ਲੋੜ ਨਹੀਂ। ਜਦੋਂ ਉੱਚੀ ਨੀਵੀਂ ਸੜਕ ਆ, ਟੁੱਟੀ ਆ, ਫਿਰ ਇਹਨੂੰ ਐਂ ਕਰ ਲੇ। ਹੁਣ ਮਤਲਬ ਕਿ ਪੂਰਾ ਐਂ ਸਸਪੈਂਸ਼ਨ ਕੰਮ ਕਰਨਗੇ ਇਹਦੇ। ਹਾਂ ਫਲ ਡਿੱਗਿਆ ਪਿਆ ਬਹੁਤ ਜ਼ਿਆਦਾ। ਫਲ ਡਿੱਗ ਗਿਆ, ਦੇਖੀ ਕਿੰਨਾ ਪਿਆ ਯਾਰ। ਸਮੈਲ ਜੀ ਵੀ ਸੋਹਣੀ ਜਾਈ ਜਾਂਦੀ ਆ ਹਨਾ। ਸਮੈਲ ਨਹੀਂ, ਫ੍ਰੈਗਨੈਂਸ। ਉਹ ਦੇਖੀ ਉਹ ਪਈ ਥੱਲੇ ਤੱਕ। ਇਹਦਾ ਸੇਬ ਡਿੱਗੇ ਪਏ ਨੇ। ਸਹੀ ਆ ਯਾਰ, ਉਹ ਸੇ ਆ, ਇਹ ਨਿੱਕੇ ਸੇਬ ਆ ਦਿਬੇ ਓਏ। ਏਡੇ ਕੀ ਜਮੇ ਯਾਰ, ਬੂਟਾ ਤਾਂ ਹੈ ਨਹੀਂ ਇੱਥੇ। ਫ੍ਰੈਗਨੈਂਸ ਜੀ ਹੋਰ ਕਾਸੇ ਦੀ ਆ, ਪਤਾ ਨਹੀਂ ਯਾਰ ਕੀ ਕਹਿੰਦਾ। ਛੁੱਟੀ ਗੇੜੂਗੇ ਫਿਰ ਨਾ, ਸਮੈਲ ਸੋਹਣੀ ਆ। ਉਹ ਤਾਂ ਜ਼ੁਕਾਮ ਨੇ ਨੱਕ ਹੀ ਮਾਰ ਛੱਡਿਆ। ਜਿੱਦਣ ਦਾ ਆਪਾਂ ਹਿਮਾਚਲ ਦਾ ਸਫ਼ਰ ਸ਼ੁਰੂ ਕੀਤਾ ਉਦੋਂ ਦੀ ਆਪਾਂ ਚੜ੍ਹਾਈ ਚੜ੍ਹੀ ਜਾਂਦੇ ਆ। ਚੜ੍ਹਾਈਆਂ ਚੜ੍ਹ ਇੱਥੇ ਪਹੁੰਚ ਗਏ। ਅੱਜ ਉਹ ਸਾਰੀ ਚੜ੍ਹਾਈ ਜਿਹੜੀ ਚੜ੍ਹੇ ਦੀ ਸਾਰੀ ਉਤਰ ਜਾਣਾ ਉਤਰਾਈ 'ਚ। ਰਾਮਪੁਰ ਦੇ ਬਾਰੇ ਦੱਸਦੇ ਆ ਕਿ ਉਹਦਾ ਟੈਂਪਰੇਚਰ ਆ ਜਿਹੜਾ, ਉਹਦਾ ਐਟਮੋਸਫੇਅਰ ਆ ਜਿਹੜਾ, ਕਹਿੰਦੇ ਵੀ ਉਹ ਚੰਡੀਗੜ੍ਹ ਵਾਂਗੂ ਆ। ਜਿਵੇਂ ਚੰਡੀਗੜ੍ਹ ਵੀ ਹੁਣ ਗਰਮੀ ਹੈ ਦੇਵ, ਹੁਣ ਗਾਂਹ ਜਾ ਕੇ ਆਪਾਂ ਨੂੰ ਗਰਮੀ ਟੱਕਰੂ। ਜਿੱਥੇ ਗਰਮੀ ਮਿਲ ਗਈ ਸਾਨੂੰ ਇਹ ਲਾਲਚ ਆ ਵੀ ਲੀੜੇ ਲੂੜੇ ਧੋ ਕੇ ਦੁਬਾਰੇ ਛੇਤੀ ਸੁੱਕ ਜਾਣਗੇ ਉੱਥੇ, ਕਿਉਂਕਿ ਤਾਂ ਠੰਡ ਦੇ ਵਿੱਚ ਲੀੜੇ ਸੁੱਕਦੇ ਨਹੀਂ। ਪਿੱਛੇ ਖੜ ਕੇ ਆਪਾਂ ਜਦੋਂ ਵੀਡੀਓ ਬਣਾਈ ਸੀ ਤਾਂ ਆਪਾਂ ਜੇ ਜੱਕ 'ਚ ਕਿਹਾ ਸੀ ਵੀ ਸ਼ਾਇਦ ਸਤਲੁਜ ਆ, ਪਰ ਹੁਣ ਨੇੜੇ ਆ ਕੇ ਲੱਗਦਾ ਵਾਕਈ ਸਤਲੁਜ ਹੀ ਆ। ਉੱਥੋਂ 22-23 ਕਿਲੋਮੀਟਰ ਸੀ ਤੇ ਹੁਣ ਆਪਾਂ 10 ਕਿਲੋਮੀਟਰ ਬਾਅਦ ਰਹਿ ਗਏ ਹੋਵਾਂਗੇ। ਆਹ ਪਿੰਡ ਦਾ ਨਾਮ ਆ ਭੁੱਟੀ, ਜਿੱਥੇ ਹੁਣ ਆਪਾਂ ਪਹੁੰਚ ਗਏ। ਭੁੱਟੀ ਇੱਥੋਂ 1 ਕਿਲੋਮੀਟਰ ਆ। ਬਹੁਤ ਸੋਹਣਾ ਵਿਊ ਬਣਦਾ ਇੱਧਰ ਦਾ। ਆਪਾਂ ਨੈਸ਼ਨਲ ਹਾਈਵੇ ਦੇ ਨੇੜੇ ਤੇੜੇ ਚੜ੍ਹਨ ਵਾਲੇ ਹੀ ਆ, ਬਸ 10 ਕਿਲੋਮੀਟਰ ਬਾਅਦ ਬਾਕੀ ਰਹਿ ਗਈ। ਤੇ ਇਧਰਲੇ ਪਾਸੇ ਸੇਬਾਂ ਦੇ ਬਾਗ ਤਾਂ ਚਲੋ ਉਹੀ ਹੈਗੇ ਆ। ਇੱਥੋਂ ਦੀ ਜਿਹੜੀ ਮਿੱਟੀ ਆ, ਮਿੱਟੀ 'ਚ ਪੱਥਰ ਆ, ਜਿਹੜੇ ਪੱਥਰ ਤਾਂ ਹੁੰਦੇ ਹੀ ਹੁੰਦੇ ਆ ਪਹਾੜਾਂ ਦੇ ਵਿੱਚ, ਨਾਲ ਆਹ ਮਿੱਟੀ ਇਹਨਾਂ ਦੀ। ਆਹ ਆਪਣੀ ਜਿਵੇਂ ਕੋਰ ਮਿੱਟੀ ਨਹੀਂ ਹੁੰਦੀ ਕਪਾਹ ਵਾਲੇ ਬਾਣਾ ਦੀ, ਨਰਮੇ ਵਾਲਿਆਂ 'ਚ, ਇਹ ਉਹੋ ਜਿਹੀ ਮਿੱਟੀ ਆ ਇਹ, ਤਾਂ ਕਰਕੇ ਇਹ 'ਚ ਸੇਸੂ ਚੰਗਾ ਹੋ ਜਾਂਦਾ। ਭੁੱਟੀ ਤੋਂ ਥੱਲੇ ਉਤਰ ਕੇ ਆਪਾਂ ਹੌਲੀ ਹੌਲੀ ਰਾਮਪੁਰ ਵੱਲ ਨੂੰ ਵਧੀ ਜਾਂਦੇ ਆ। ਪਰ ਰਾਹ ਟੁੱਟਾ ਹੋਇਆ, ਕਿਉਂਕਿ ਇਹ ਲਿੰਕ ਰੋਡ ਆ। ਪਿੰਡਾਂ ਵਾਲੇ ਰਾਹ ਦਾ ਇਹ ਹਾਲ ਆ। ਸੜਕ ਕਿਤੇ ਕਿਤੇ ਗਾਂਹ ਜਾ ਕੇ ਚੰਗੀ ਮਿਲ ਜਾਂਦੀ ਆ, ਪਰ ਬਹੁਤਾ ਰਾਹ ਟੁੱਟਾ ਹੋਇਆ ਬਣੀ ਜਾਂਦਾ। ਉਹ ਸਾਹਮਣੇ ਆ ਭੁੱਟੀ, ਜਿੱਧਰੋਂ ਆਪਾਂ ਰੋਟੀ ਟੋਕ ਖਾ ਕੇ ਠਾਹ ਨੂੰ ਆਏ ਆ। ਤੇ ਜਿਵੇਂ ਜਿਵੇਂ ਥੱਲੇ ਆਉਣੇ, ਗਰਮੀ ਕਿਹਾ ਸੀ ਵਧਣੀ ਆ। ਹੁਣ ਗਰਮੀ ਵਧੀ ਹੋਈ ਆ ਪੂਰੀ ਇੱਥੇ। ਤੇ 10 ਮਿੰਟ ਇੱਥੇ ਆਰਾਮ ਕਰਦੇ ਆ। ਕਿੱਦਾਂ ਭਾਜੀ? ਇੱਕ ਨੰਬਰ ਆ ਮਾਹੌਲ। ਬਲਦੇਵ ਸਿੰਘ ਦਾ ਮੈਟ ਆ, ਲਾਲ ਰੰਗ ਦਾ ਮੈਟ ਆ ਚੁੱਪਰ ਕੋਲੇ। ਮਿਲ ਜੂ ਅੱਗੋਂ ਜਾ ਕੇ ਨਾ, ਅੱਗੇ ਜਾ ਕੇ ਥੱਲੇ ਉਤਰਨਾ ਇਹਦੇ ਨਾਲ ਹੀ ਮਿਲ ਜੂਗਾ। ਹਾਂਜੀ, ਪਰ ਇੱਧਰ ਤੁਹਾਨੂੰ ਬਾਈਕ 'ਚ ਜਾਣਾ ਥੋੜਾ ਦਿੱਕਤ ਹੋਇਆ ਨਾ, ਕਿਉਂਕਿ ਉਹਦੇ ਕੋਈ ਮਸਲਾ ਨਹੀਂ। ਤੁਹਾਨੂੰ ਇਹ ਦੱਸੋ ਤੁਹਾਨੂੰ ਵਧੀਆ ਡਾਕਟਰ ਕਿੱਥੋਂ ਮਿਲੂਗਾ? ਅੱਗੇ ਜਾਵਾਂਗੇ। ਇੱਧਰ ਥੱਲੇ ਕੋਈ ਹੈ ਨਹੀਂ ਗਾ। ਇੱਥੇ ਫਿਰ ਤੁਹਾਨੂੰ ਚੌਂਕ 'ਤੇ ਮਿਲਣਾ, ਮੇਨ ਰੋਡ 'ਤੇ ਹਾਈਵੇ। ਅੱਛਾ, ਉਹ ਕਿੰਨਾ ਹਾਈਵੇ ਸਹੀ ਆ। ਫਿਰ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਆਪਾਂ ਰਾਹ ਭੁੱਲ ਜਾਂਦੇ ਆ, ਉਸੇ ਤਰ੍ਹਾਂ ਸ਼ਹਿਰ ਪਹਾੜਾਂ ਦੇ ਰਾਹ ਹੁੰਦੇ ਨਿੱਕੇ ਨਿੱਕੇ ਜੇ, ਪੱਗ ਡੰਡੀਆਂ ਨਿਕਲਦੀਆਂ ਵਿੱਚੋਂ। ਉਹ ਥੋੜਾ ਜਿਹਾ ਉਲਝੇ ਸੀਗੇ, ਗੂਗਲ ਨੇ ਮਾੜੀ ਮੋਟੀ ਮਦਦ ਕੀਤੀ, ਬਾਕੀ ਪੁੱਛ ਕੇ ਸਿੱਧੇ ਰਾਹ ਹੋ ਗਏ। कैसे हो? बस बढ़िया सर, बढ़िया हो? आप सुनाइए सर। एक नंबर। ऑल इंडिया हिंदुस्तान बोल रहा। इधर भी जाएंगे? रामपुर जा रहे हैं। उधर ही जा रहे हैं, काजा स्पीति उधर ही जा रहे हैं। रामपुर की तरफ जा रहे हाँ, आज हम रुकेंगे रामपुर। हैं। रामपुर तक उतराई है, अब आगे चढ़ाई भी आएगी। प्लेन है। प्लेन है वो दरिया के साथ प्लेन है।
चढ़ाई नहीं है, चढ़ाई आपको थोड़ा सा लगेगा रामपुर से पीछे, बाकी दत्ता नगर लोगली से आके थोड़ा चढ़ाई पड़ेगा, बाकी बाकी दूर है। उसके आगे फिर आगे हमने आगे जाना है रामपुर के आगे, तो पूरी चढ़ाई शुरू हो जाएगी ना, फिर तो सीधा प्रसारण हो जाएगा। उसके बाद तो लाहौर, उसके बाद तो वो कांग पे चढ़ाई है। हाँ चढ़ाई लगती रहेगी, सीधा भी आएगा, कुछ उदू का रामपुर तक तो ले शुरू हो जाऊगा। ट्रैफिक भी घट जाएगी ना, ट्रैफिक तो कम होगा वहाँ ऊपर, कांग पे आगे आगे तो ट्रैफिक कम होगा। उਦੋਂ ਤਾਂ ਦੇਵ ਘੁੰਮਣ ਵਾਲੇ ਜਾਂਦੇ ਆ, ਕੰਮ ਵਾਲੇ ਨਹੀਂ ਜਾਂਦੇ। ਨਿੱਕੇ ਨਿੱਕੇ ਜਿਹੜੇ ਵਿੱਚੋਂ ਰਾਹ ਪਾੜਦੇ ਭਲੇਖਾ ਪਾਉਂਦੇ, ਫਿਰ ਮਾੜਾ ਗੂਗਲ ਮੈਪ ਦੇਖਣਾ ਪੈਂਦਾ। ਥੱਲੇ ਹੀ ਆ ਬਾਈ, ਥੱਲੇ ਹੀ ਜਾਣਾ। ਚੱਲ ਸਤਲੁਜ ਦੇ ਕੋਲ। ਥੱਲੇ ਉਤਰਦੇ ਵੇਲੇ ਬੰਦੇ ਦਾ ਭਾਰ ਹੈਂਡਲ ਤੇ ਹੁੰਦਾ, ਗੁੱਟਾਂ ਤੇ ਦੱਬ ਵਧੀ ਹੁੰਦੀ ਆ। ਥੱਲੇ ਆਪਾਂ ਗਰਮੀ ਚ ਆਉਣੇ ਕਰਕੇ ਤੇ ਸੇਬਾਂ ਦੀ ਖੇਤੀ ਘਟ ਗਈ। ਜਿੱਥੇ ਆ ਰੋਟੀ ਖਾਧੀ ਸੀ ਭੁੱਟੀ ਨਾਂ ਦੀ ਜਗ੍ਹਾ ਤੇ, ਸੇਬ ਉੱਥੋਂ ਸੀ, ਉੱਥੇ ਸੇਬ ਸੀ। ਉਹ ਪਹਾੜ ਆ ਜਿਹੜਾ, ਆਪਾਂ ਸਵੇਰ ਦੇ ਉੱਥੋਂ ਥੱਲੇ ਨੂੰ ਆਈ ਜਾਂਦੇ ਐ ਗੇੜੇ ਕੱਢ ਕੇ ਥੱਲੇ ਆ ਗਏ। ਹੁਣ ਕੱਲ ਨਾਰਕੰਡੇ ਤੋਂ ਆਪਾਂ ਨੈਸ਼ਨਲ ਹਾਈਵੇ 5 ਨੂੰ ਛੱਡਿਆ ਸੀ ਤੇ ਹਾਟੂ ਪੀਕ ਵੱਲ ਗਏ ਸੀ। ਪਿੰਡਾਂ ਵਿੱਚ ਦੀ ਗੇੜੇ ਖਾ ਕੇ ਆਪਾਂ ਆਹ ਰੋਡ ਉਤਰੇ ਆ ਤੇ ਹੁਣ ਆਪਾਂ ਇੱਧਰ ਜਾਣਾ। ਨੈਸ਼ਨਲ ਹਾਈਵੇ 5 ਤੇ ਆਪਾਂ ਦੁਬਾਰੇ ਚੜ੍ਹ ਗਏ। ਰਾਮਪੁਰ ਇੱਥੋਂ 25 ਕਿਲੋਮੀਟਰ ਆ, ਥਾਣੇ ਧਾਰ 22 ਕਿਲੋਮੀਟਰ। ਇੱਧਰੋਂ ਆਪਾਂ ਆਏ ਆ, ਇੱਧਰ ਆਪਾਂ ਜਾਣਾ। ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਇਹਦਾ ਨਾਮ ਆ ਬੀਥਲ। ਜਿਹੜਾ ਮੋੜ ਮੁੜੇ ਸੀ ਬਸ ਉੱਥੇ ਰੁਕੇ ਆ। ਰਾਮਪੁਰ ਇੱਥੋਂ 25 ਕਿਲੋਮੀਟਰ ਬਾਅਦ ਪਹਿਲਾਂ ਰਹੇ ਸੀ ਵੀ ਚੱਲਦੇ ਆ, ਪਰ ਨਹੀਂ, ਬਲਦੇਵ ਦਾ ਥੋੜਾ ਜਿਹਾ ਸਰੀਰ ਆਗਿਆ ਨਹੀਂ ਕਰਦਾ। ਅੱਜ ਕਣਸ ਜੀ ਹੋਈ ਪਈ ਆ, ਤਾਪ ਤੂਪ ਜਾਂ ਮਾੜਾ ਮੋਟਾ ਜਾ, ਤਾਂ ਕਰਕੇ ਅੱਜ ਇੱਥੇ ਰਹਾਂਗੇ ਤੇ ਮਾੜਾ ਮੋਟਾ ਰਹਿਣ ਬਹਿਣ ਦਾ ਮਾਹੌਲ ਦੇਖਦੇ ਆ, ਫਿਰ ਬਣਦੀ ਆ ਗੱਲਬਾਤ। ਅੱਜ ਇੱਥੇ ਟਿਕਦੇ ਆ। ਦਵਾਈ ਲੈਣ ਗਏ ਸੀ, ਸਾਈਕਲਾਂ ਤੋਂ ਸਮਾਨ ਲਾਤਾ। ਇਹ ਭੀਥਲ ਆ, ਇਹ ਨਾਲ ਸਤਲੁਜ ਦਰਿਆ ਵਗਦਾ ਇਹਦੇ। ਕੱਲ ਦਾ ਸਫ਼ਰ ਆ ਜਿਹੜਾ ਆਪਣਾ ਇਸੇ ਦਰਿਆ ਦੇ ਨਾਲ ਹੋਣਾ। ਕੱਲ ਦਾ ਕੀ ਅਗਲੇ ਬਹੁਤ ਦਿਨਾਂ ਦਾ ਸਫ਼ਰ ਸਤਲੁਜ ਦੇ ਨਾਲ ਕਰਾਂਗੇ ਆਪਾਂ। ਤੇ ਹੁਣ ਟਿਕਦੇ ਆ ਕਿਤੇ, ਪੈਨੇ 10 ਮਿੰਟ। ਸਤਲੁਜ ਦੇ ਕੰਢੇ ਹੋਟਲ ਬਣਿਆ ਹੋਇਆ, ਸਤਲੁਜ ਰਿਵਰ ਸਾਈਡ ਗੈਸਟ ਹਾਊਸ। ਇੱਥੇ ਰਾਤ ਰਹਾਂਗੇ ਆਪਾਂ ਤੇ ਇੱਥੇ ਕਮਰਾ ਲਿਆ 500 ਰੁਪਏ ਭਾੜਾ ਉਹਦਾ। ਰੋਟੀ ਪਾਣੀ ਢਾਬੇ ਦੇ ਨਾਲ ਖਾ ਲਾਂਗੇ। ਟਿਕਾ ਕਰਦੇ ਆ ਹੁਣ ਇੱਥੇ। ਅੱਜ ਦੀ ਰਾਤ ਆਪਾਂ ਇੱਥੇ ਰਹਾਂਗੇ ਭੀਥਲ, ਇਸ ਕਮਰੇ ਦੇ ਵਿੱਚ। ਕੱਲ ਨੂੰ ਆਪਾਂ ਅਗਲਾ ਸਫ਼ਰ ਸ਼ੁਰੂ ਕਰਾਂਗੇ। NH5 ਤੇ ਆਪਾਂ ਦੁਬਾਰੇ ਚੜ੍ਹ ਗਏ। ਇਸ ਰੋਡ ਤੇ ਅਗਲਾ ਸਫ਼ਰ ਸਾਰਾ ਹੋਊਗਾ। ਅਗਲਾ ਜ਼ਿਲ੍ਹਾ ਜਿਹੜਾ ਸ਼ਿਮਲੇ ਤੋਂ ਅਗਲਾ ਜ਼ਿਲ੍ਹਾ ਕਨੌਰ ਵੱਲ ਸੋਹਣਾ ਸਫ਼ਰ ਹੋਊਗਾ। ਕਨੌਰ ਤੋਂ ਫਿਰ ਲਾਹੌਰ ਸਪੀਤੀ ਅਗਲਾ ਜ਼ਿਲ੍ਹਾ ਸ਼ੁਰੂ ਹੋ ਜਾਊਗਾ। ਕਈ ਦਿਨ ਲੱਗਣਗੇ ਇਸ ਬਾਟ ਤੇ ਅੱਗੇ ਜਾ ਕੇ ਜਿਹੜੇ ਆਪਾਂ ਪਿਛਲੇ ਦਿਨਾਂ ਦੇ ਵਿਊ ਦੇਖੇ ਸਾਰੇ ਬਦਲ ਜਾਣੇ ਆ। ਲੇਹ ਵਾਂਗੂ ਉਹੋ ਜਿਹੇ ਪਹਾੜ ਸ਼ੁਰੂ ਹੋ ਜਾਣਗੇ। ਬਹੁਤ ਸੋਹਣੀਆਂ ਗੱਲਾਂ ਬਾਤਾਂ ਹੋਣਗੀਆਂ ਅਗਲੇ ਦਿਨਾਂ ਦੇ ਵਿੱਚ। ਬਹੁਤ ਸੋਹਣਾ ਸਫ਼ਰ ਹੋਊਗਾ। ਇਹ ਇਲਾਕਾ ਸਾਡੇ ਲਈ ਬਿਲਕੁਲ ਨਵਾਂ, ਪਹਿਲੀ ਵਾਰੀ ਇੱਧਰ ਆਏ ਅਸੀਂ ਤੇ ਸਾਨੂੰ ਆਪ ਨੂੰ ਵੀ ਚਾਅ ਉੱਧਰ ਜਾਣ ਦਾ। ਦੇਖਦੇ ਰਹੋ ਤੁਸੀਂ ਆਪਣੇ ਚੈਨਲਾਂ ਨੂੰ ਸਬਸਕ੍ਰਾਈਬ, ਲਾਈਕ, ਸ਼ੇਅਰ ਸਾਰਾ ਕੁਝ ਕਰਦੇ ਰਹੋ। ਬਹੁਤ ਧੰਨਵਾਦ ਤੁਹਾਡਾ। ਤੁਸੀਂ ਪਰਿਵਾਰਾਂ ਸਮੇਤ ਬਹਿ ਕੇ ਦੇਖਦੇ ਹੋ, ਸਮਾਂ ਦਿੰਦੇ ਹੋ, ਮੈਸੇਜ ਭੇਜਦੇ ਆ। ਬਹੁਤ ਸਾਰੇ ਵੀਰ ਭਰਾ ਸੁਨੇਹੇ ਭੇਜਦੇ, ਮੇਲਾਂ ਭੇਜਦੇ ਆ। ਚੜ੍ਹਦੀ ਕਲਾ ਬਾਈ, ਕਿਰਪਾ ਤੁਹਾਡੇ ਵਰਗੇ ਭਰਾਵਾਂ ਦੀ। ਸਤਿ ਸ੍ਰੀ ਅਕਾਲ।